ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਜੋ ਜਨ ਪਰਮਿਤ ਪਰਮਨ ਜਾਨਾ, ਬਾਤ ਨਹੀਂ ਬੈਕੁੰਠ ਸਮਾਨਾ। ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹੈ ਤਹਾਂ ਹੀ। ਕਹਿਨ ਕਹਾਵਨ ਨਹਿ ਪਤਿਆਈ ਹੈ, ਤਉ ਮਨ ਮਾਨੈ ਜਾਤੇ ਹਉਮੈ ਜਈ ਹੈ। ਕਹਿਨ ਕਹਾਵਨ ਨਹਿ ਪਤਿਆਈ ਹੈ, ਤਉ ਮਨ ਮਾਨੈ ਜਾਤੇ ਹਉਮੈ ਜਈ ਹੈ। ਗੱਗੈ ਗੋਏ ਗਾਏ ਜਿਨ ਛੋਡੀ, ਗੱਲੀ ਗੋਬਿੰਦ ਗਰਭ ਭਇਆ। ਘੜ ਭਾਂਡੇ ਜਿਨ ਆਵੀ ਸਾਜੀ, ਚਾੜਨ ਵਾਹੈ ਤਈ ਕੀਆ। ਘੜ ਭਾਂਡੇ ਜਿਨ ਆਵੀ ਸਾਜੀ, ਚਾੜਨ ਵਾਹੈ ਤਈ ਕੀਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਕੁੱਲ ਕਾਇਨਾਤ ਦੇ ਰਹਿਬਰ ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਮਹਿਰਾਮਤ ਸਦਕਾ ਪਾਵਨ ਹਜ਼ੂਰੀ ਵਿੱਚ ਜੁੜ ਕੇ ਖਸਮ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰੂ ਸਵਾਰਿਓ, ਜਿਤਨਾ ਕੋ ਸਮਾਂ ਨਸੀਬ ਹੋਇਆ ਹੈ, ਉਸ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਪੱਟੀ ਦੀ ਵਿਚਾਰ ਪਿਛਲੇ ਸਮੇਂ ਤੋਂ ਚੱਲ ਰਹੀ ਹੈ। ਉਸੇ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜੋ ਅੱਜ ਦਾ ਪਾਵਨ ਵਚਨ ਹੈ, ਗੱਗੈ ਗੋਏ ਗਾਏ ਜਿਨ ਛੋਡੀ, ਗੱਲੀ ਗੋਬਿੰਦ ਗਰਭ ਭਇਆ। ਘੜ ਭਾਂਡੇ ਜਿਨ ਆਵੀ ਸਾਜੀ, ਚਾੜਨ ਵਾਹੈ ਤਈ ਕੀਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿ ਪਰਮਾਤਮਾ ਨੇ ਇਸ ਸੰਸਾਰ ਨੂੰ ਸਾਜਿਆ ਹੈ, ਜੀਵ ਪੈਦਾ ਕੀਤੇ ਨੇ, ਤੇ ਜੇਕਰ ਕੋਈ ਇਨਸਾਨ ਥੋੜ੍ਹਾ ਜਿਹਾ ਗਿਆਨ ਪ੍ਰਾਪਤ ਕਰਕੇ ਹੰਕਾਰ ਦੀਆਂ ਗੱਲਾਂ ਕਰਨ ਲੱਗ ਪਵੇ ਤੇ ਸਾਹਿਬ ਜੀ ਕਹਿੰਦੇ ਫਿਰ ਇਹ ਕਦੇ ਭੁੱਲਣਾ ਨਹੀਂ ਚਾਹੀਦਾ ਕਿ ਜਿਸ ਨੇ ਇਸ ਸੰਸਾਰ ਨੂੰ ਸਾਜਿਆ ਹੈ, ਜਿਸ ਨੇ ਜਨਮ ਦਿੱਤਾ ਹੈ, ਉਸ ਨੇ ਇਸ ਸੰਸਾਰ ਨੂੰ ਨਾਸ਼ ਕਰਨ ਦਾ ਵਸੀਲਾ ਵੀ ਬਣਾਇਆ ਹੋਇਆ ਹੈ। ਕਿਵੇਂ ਇਸ ਸੰਸਾਰ ਤੋਂ ਜਾਣਾ ਹੈ, ਉਹ ਸਾਧਨ ਵੀ ਪਰਮਾਤਮਾ ਨੇ ਬਣਾ ਰੱਖੇ ਨੇ। ਸਾਹਿਬ ਜੀ ਕਹਿੰਦੇ ਚਾੜਨ ਵਾਹੈ ਤਈ ਕੀਆ। ਆਵੀ ਵਰਡ ਤੁਸੀਂ ਦੇਖਦੇ ਹੋਵੋਗੇ ਸਕਰੀਨ ਦੇ ਉੱਤੇ। ਆਵੀ ਦਾ ਮਤਲਬ ਹੈ ਜੀ, ਵੈਸੇ ਆਮ ਤੌਰ 'ਤੇ ਇਹਨੂੰ ਭੱਠਾ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ, ਆਵਾ ਕਿਹਾ ਜਾਂਦਾ ਹੈ। ਅਤੇ ਜੇਕਰ ਇਹਨੂੰ ਸੌਖਾ ਸਮਝਣਾ ਹੋਵੇ ਤਾਂ ਆਪਾਂ ਕਹਿ ਲਈਏ ਕਿਲਨ। ਪਰਮਾਤਮਾ ਨੇ ਇੱਕ ਕਿਲਨ ਵੀ ਬਣਾਈ ਹੋਈ ਹੈ
ਜਿਹੜੇ ਜੀਵ ਪੈਦਾ ਕੀਤੇ ਨੇ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਇਸ ਸੰਸਾਰ ਤੋਂ ਖਤਮ ਕਿਵੇਂ ਕਰਨਾ ਹੈ, ਉਹਨਾਂ ਦੇ ਜੀਵਨ ਨੂੰ ਇੱਥੋਂ ਸਮਾਪਤ ਕਰਨਾ ਕਿਵੇਂ ਹੈ, ਉਹ ਸਾਧਨ ਵੀ ਪਰਮਾਤਮਾ ਨੇ ਨਾਲ ਦੀ ਨਾਲ ਬਣਾ ਦਿੱਤੇ ਨੇ। ਤੇ ਜਿਹੜਾ ਤਾਂ ਹੰਕਾਰ ਦੇ ਵਿੱਚ ਫਸ ਕੇ ਹੰਕਾਰੀ ਗੱਲਾਂ ਕਰਦਾ ਹੋਇਆ ਜ਼ਿੰਦਗੀ ਜਿਉਂਦਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹ ਇਸ ਸੰਸਾਰ ਦੇ ਵਿੱਚ ਜੰਮਦਾ ਤੇ ਮਰਦਾ ਰਹਿੰਦਾ ਹੈ, ਉਹ ਆਪਣੇ ਜੀਵਨ ਨੂੰ ਕਦੇ ਸਫਲ ਨਹੀਂ ਜੇ ਕਰ ਪਾਉਂਦਾ। ਸਾਧ ਸੰਗਤ, ਸਤਿਗੁਰੂ ਜੀ ਕੀ ਸਮਝਾ ਰਹੇ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ, ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ ਭਾਵਨਾ ਵਾਲੇ ਬੈਠੇ ਹੋ ਤੇ ਮੇਰੇ ਖਿਆਲ ਦੇ ਵਿੱਚ ਹੈ ਕਿ ਬਾਣੀ ਜ਼ਰੂਰ ਪੜ੍ਹਦੇ ਹੋਵੋਗੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪਾਠ ਕਰੀਏ ਤੇ ਸਾਧ ਸੰਗਤ ਧਿਆਨ ਦੇ ਨਾਲ ਬਾਣੀ ਪੜ੍ਹਦਿਆਂ ਹੋਇਆਂ ਦੋ ਗੱਲਾਂ ਤੁਹਾਡੀ ਸਮਝ ਦੇ ਵਿੱਚ ਪੈਣਗੀਆਂ। ਦੋ ਐਸੇ ਲਫ਼ਜ਼ ਸਤਿਗੁਰਾਂ ਨੇ ਬਾਣੀ ਦੇ ਵਿੱਚ ਯੂਜ਼ ਕੀਤੇ ਨੇ ਜੋ ਤੁਹਾਡੇ ਧਿਆਨ ਦੇ ਵਿੱਚ ਜ਼ਰੂਰ ਆਉਣਗੇ ਜੇਕਰ ਧਿਆਨ ਦੇ ਨਾਲ ਬਾਣੀ ਪੜ੍ਹੋ। ਇੱਕ ਵਚਨ ਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਖਾਲੀ ਬਰਤਨ ਹੁੰਦਾ ਹੈ ਨਾ, ਉਹ ਰੌਲਾ ਬੜਾ ਪਾਉਂਦਾ ਹੈ, ਖੜਕਦਾ ਬੜਾ ਹੈ। ਜਿਹੜਾ ਖਾਲੀ ਹੈ ਉਹ ਖੜਕਦਾ ਬੜਾ ਹੈ, ਜਿਹਨੂੰ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਨੇ ਜੀ ਕਿ ਐਮਟੀ ਵੈਸਲਸ ਮੇਕਸ ਦਾ ਮੋਸਟ ਨੋਇਸ। ਖਾਲੀ ਬਰਤਨ ਬੜੇ ਖੜਕਦੇ ਨੇ। ਇੱਕ ਇਹ ਗੱਲ ਤੁਹਾਡੀ ਸਮਝ 'ਚ ਪਏਗੀ। ਇਹ ਬਚਨ ਤੁਹਾਨੂੰ ਪੜ੍ਹਨ ਨੂੰ ਮਿਲਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ। ਤੇ ਦੂਜਾ ਵਚਨ ਪੜ੍ਹੋਗੇ ਤੁਸੀਂ, ਸਾਹਿਬ ਜੀ ਕਹਿੰਦੇ ਕਿ ਖਾਲੀ ਬਰਤਨ ਤਾਂ ਹੈ, ਖਾਲੀ ਬਰਤਨ ਤਾਂ ਹੈ ਕਿ ਇਹ ਪੁੱਠਾ ਹੋਇਆ ਪਿਆ ਹੈ। ਉਂਦਾ ਕਹਿੰਦੇ ਨੇ ਜੀ ਪੁੱਠਾ ਨੂੰ, ਅਪਸਾਈਡ ਡਾਊਨ। ਸਤਿਗੁਰੂ ਜੀ ਕਹਿੰਦੇ ਉਂਦਾ ਭਾਂਡਾ ਕਛ ਨਾ ਸਮਾਵੈ। ਬਰਤਨ ਪੁੱਠਾ ਹੋਵੇ, ਉਲਟਾ ਹੋਵੇ, ਉਹਦੇ ਵਿੱਚ ਕੁਝ ਪੈ ਨਹੀਂ ਸਕਦਾ। ਜੇਕਰ ਉਹਦੇ ਵਿੱਚ ਕੁਝ ਪਏਗਾ ਨਹੀਂ ਤੇ ਉਹ ਖਾਲੀ ਰਹਿ ਜਾਏਗਾ, ਤੇ ਜੇਕਰ ਖਾਲੀ ਰਹਿ ਜਾਏਗਾ ਤੇ ਉਹ ਖੜਕੇਗਾ, ਉਹ ਆਵਾਜ਼ ਪੈਦਾ ਕਰੇਗਾ। ਬਸ ਇਹੀ ਗੱਲ ਹੈ ਸਾਧ ਸੰਗਤ। ਰੱਬ ਦੇ ਬਾਰੇ ਗੱਲਾਂ ਕਰਨੀਆਂ ਇੱਕ ਅਲੱਗ ਗੱਲ ਹੈ, ਰੱਬ ਦੇ ਨਾਲ ਗੱਲਾਂ ਕਰਨੀਆਂ ਇਹ ਵੱਖਰੀ ਚੀਜ਼ ਹੈ। ਰੱਬ ਦੇ ਬਾਰੇ ਗੱਲਾਂ ਹਰ ਕੋਈ ਕਰ ਸਕਦਾ ਹੈ, ਕੋਈ ਵੀ ਕਰ ਸਕਦਾ ਹੈ। ਜਿਸ ਨੇ ਇੱਕ ਦੋ ਕਿਤਾਬਾਂ ਪੜ੍ਹ ਲਈਆਂ ਜਾਂ ਕੋਈ ਆਰਟੀਕਲ ਪੜ੍ਹ ਲਿਆ, ਉਹ ਰੱਬ ਦੇ ਬਾਰੇ ਕੋਈ ਨਾ ਕੋਈ ਗੱਲ ਕਰ ਦੇਗਾ। ਪਰ ਰੱਬ ਦੇ ਨਾਲ ਗੱਲਾਂ ਕਰਨੀਆਂ ਇਹ ਬੜੀ ਅੱਗੇ ਦੀ ਗੱਲ ਹੈ। ਉਹ ਜਿਹੜਾ ਕੇਵਲ ਰੱਬ ਬਾਰੇ ਗੱਲਾਂ ਕਰਦਾ ਪਿਆ ਜਾਂ ਰੱਬ ਦੀਆਂ ਗੱਲਾਂ ਕਰਦਾ ਪਿਆ ਹੈ ਨਾ, ਹੋ ਸਕਦਾ ਹੈ ਕਿ ਉਸਨੇ ਉਹ ਐਕਸਪੀਰੀਅੰਸ ਨਾ ਮਹਿਸੂਸ ਕੀਤਾ ਹੋਵੇ ਜਿਹੜਾ ਉਹ ਇਨਸਾਨ ਕਰਦਾ ਪਿਆ ਜਿਹੜਾ ਰੱਬ ਨਾਲ ਗੱਲਾਂ ਕਰਦਾ ਹੈ। ਤੇ ਖਿਆਲ ਕਰਿਓ, ਰੱਬ ਨਾਲ ਗੱਲਾਂ ਕਰਨ ਵਾਲਾ ਨਹੀਂ ਬੋਲੇਗਾ। ਰੀਜ਼ਨ, ਉਹ ਬਹੁਤੀਆਂ ਗੱਲਾਂ ਨਹੀਂ ਕਰੇਗਾ, ਉਹ ਰੌਲਾ ਨਹੀਂ ਪਾਏਗਾ। ਰੌਲਾ ਕਿਉਂ ਨਹੀਂ ਪਾਏਗਾ? ਕਿਉਂਕਿ ਉਹ ਭਰ ਚੁੱਕਾ ਹੈ। ਉਹਦਾ ਬਰਤਨ ਨਾ ਜਿਹੜਾ, ਉਹ ਭਰ ਚੁੱਕਾ ਹੈ। ਤੇ ਜਿਹੜਾ ਖਾਲੀ ਹੈ ਉਹ ਸਿਰਫ ਗੱਲਾਂ ਕਰੇਗਾ, ਰੌਲਾ ਪਾਏਗਾ। ਉਹ ਉਂਗਲਾਂ ਚੁੱਕੇਗਾ ਰੱਬ ਦੀ ਐਗਜ਼ਿਸਟੈਂਸ ਦੇ ਉੱਤੇ ਕਿ ਰੱਬ ਹੈ ਹੀ ਨਹੀਂ। ਉਹ ਇਹ ਕਹੇਗਾ ਜੀ, ਕਿਉਂਕਿ ਉਹਦਾ ਅੰਦਰ ਖਾਲੀ ਹੈ। ਜਿਹੜਾ ਅੰਦਰੋਂ ਭਰ ਗਿਆ ਹੈ ਨਾ, ਉਹ ਰੱਬ ਦੀਆਂ ਗੱਲਾਂ ਨਹੀਂ ਕਰਦਾ, ਉਹ ਰੱਬ ਨਾਲ ਗੱਲਾਂ ਕਰਦਾ ਹੈ। ਬੜਾ ਫਰਕ ਹੈ ਸਾਧ ਸੰਗਤ ਇਹਨਾਂ ਦੋਨਾਂ ਵਰਡਸ ਦੇ ਵਿੱਚ। ਤੇ ਜਿਹੜਾ ਭਰ ਜਾਂਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਫਿਰ ਉਹ ਸ਼ਾਂਤ ਹੋ ਜਾਂਦਾ ਹੈ, ਟਿਕਾ ਦੇ ਵਿੱਚ ਆ ਜਾਂਦਾ ਹੈ, ਖਾਲੀ ਖੜਕਦਾ ਹੈ। ਤੇ ਖਿਆਲ ਕਰਿਓ, ਜਗਨਨਾਥਪੁਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਦਾਸੀਆਂ ਤੇ ਨੇ ਨਾ, ਤੇ ਜਗਨਨਾਥਪੁਰੀ ਜਦੋਂ ਪਹੁੰਚਦੇ ਨੇ ਗੁਰੂ ਸਾਹਿਬ, ਤੇ ਤੁਹਾਨੂੰ ਪਤਾ ਹੋਏਗਾ ਕਿ ਜਗਨਨਾਥਪੁਰੀ ਉਹੀ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਇਹ ਪਾਵਨ ਬਚਨ ਉਸੇ ਧਰਤੀ ਦੇ ਉੱਤੇ ਉਚਾਰਿਆ ਸੀ। ਆਰਤੀ ਦੇ ਸੰਬੰਧ ਵਿੱਚ ਉੱਥੋਂ ਦੇ ਲੋਕਾਂ ਨੂੰ ਸਮਝਾਇਆ ਕਿ ਜਗਨਨਾਥ ਦਾ ਭਾਵ ਇੱਥੇ ਪਰਮਾਤਮਾ, ਉਹਦੀ ਆਰਤੀ ਤੇ ਕਹਿੰਦੇ ਸਾਰੀ ਕਾਇਨਾਤ ਕਰਦੀ ਪਈ ਹੈ, ਸਾਰੀ ਕੁਦਰਤ ਉਹਦੀ ਆਰਤੀ ਕਰਦੀ ਪਈ ਹੈ। ਥਾਲ 'ਚ ਦੀਵੇ ਜਗਾ ਕੇ ਆਰਤੀ ਕੀਤੀ ਨਹੀਂ ਜਾ ਸਕਦੀ ਮਾਲਕ ਦੀ। ਇਹ ਸ਼ਬਦ ਉੱਥੇ ਗੁਰੂ ਸਾਹਿਬ ਨੇ ਉਚਾਰਨ ਕੀਤਾ। ਤੇ ਉੱਥੋਂ ਦੀ ਘਟਨਾ, ਸਤਿਗੁਰੂ ਜੀ ਭਾਈ ਮਰਦਾਨੇ ਦੇ ਨਾਲ ਤੇ ਕੀ ਦੇਖਦੇ ਨੇ, ਇੱਕ ਸਾਧੂ ਬੈਠਾ ਹੋਇਆ ਜੀ ਚੌਂਕੜੀ ਮਾਰ ਕੇ, ਅੱਖਾਂ ਬੰਦ,
ਸਾਹਮਣੇ ਇੱਕ ਲੋਟਾ ਕਹਿ ਲੀजिए ਇੱਕ ਬਰਤਨ ਪਿਆ ਹੋਇਆ ਹੈ, ਜਿਹਦੇ ਵਿੱਚ ਲੋਕ ਜਦੋਂ ਜੋਗੀ ਦੇ ਕੋਲ ਆਉਂਦੇ ਨੇ, ਉਸ ਸਾਧੂ ਦੇ ਕੋਲ ਆਉਂਦੇ ਨੇ, ਉਹਨੂੰ ਨਮਸਕਾਰ ਕਰਦੇ ਨੇ ਤੇ ਕੁਝ ਕੁ ਪੈਸੇ ਉਸ ਲੋਟੇ ਦੇ ਵਿੱਚ ਪਾ ਕੇ ਤੇ ਸਾਹਮਣੇ ਬਹਿ ਜਾਂਦੇ ਨੇ। ਹੁਣ ਉਹ ਕਹਿ ਕੀ ਰਿਹਾ ਹੈ? ਉਹ ਕਹਿ ਕੀ ਰਿਹਾ ਹੈ? ਭਗਤ ਕਬੀਰ ਜੀ ਦਾ ਸ਼ਬਦ ਵੀ ਨਾਲ ਆਪਾਂ ਥੋੜ੍ਹਾ ਜਿਹਾ ਇਹਨੂੰ ਕੰਬਾਈਨ ਕਰਕੇ ਦੇਖ ਲਈਏ। ਭਗਤ ਕਬੀਰ ਜੀ ਕਹਿੰਦੇ, ਮੈਂ ਸੰਸਾਰ ਦੇ ਵਿੱਚ ਕੀ ਦੇਖਦਾ ਕਿ ਗੱਲਾਂ ਬੜੀਆਂ ਚੱਲਦੀਆਂ ਪਈਆਂ ਨੇ ਰੱਬ ਦੀਆਂ, ਬਹੁਤ ਗੱਲਾਂ ਚੱਲਦੀਆਂ ਪਈਆਂ ਨੇ ਰੱਬ ਦੀਆਂ, ਪਰ ਕੇਵਲ ਗੱਲਾਂ ਨੇ। ਕਹਿੰਦੇ ਬਚਨ ਪੜ੍ਹੋ ਕਬੀਰ ਸਾਹਿਬ ਦਾ, ਕਹਿੰਦੇ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਦਾ ਮਤਲਬ ਹਿੰਦੀ 'ਚ ਕਹਿੰਦੇ ਨੇ ਬਾਤ, ਗੱਲ ਕਰਨੀ, ਬਾਤਨ ਹੀ ਗੱਲਾਂ ਨਾਲ, ਬਾਤਨ ਹੀ ਬੈਕੁੰਠ ਸਮਾਨਾ। ਕਹਿੰਦੇ ਬੈਕੁੰਠ ਦੀਆਂ, ਉਸ ਮਾਲਕ ਦੀਆਂ ਗੱਲਾਂ ਬੜੀਆਂ ਚੱਲਦੀਆਂ ਪਈਆਂ ਨੇ। ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ, ਨਾ ਜਾਨਾ ਬੈਕੁੰਠ ਕਹਾਂ ਹੀ। ਜਿਸ ਬੈਕੁੰਠ ਦੀਆਂ, ਜਿਸ ਮਾਲਕ ਦੀਆਂ ਇਹ ਗੱਲਾਂ ਕਰਦੇ ਪਏ ਨੇ, ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਹੈ ਕਿੱਥੇ। ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਸਭ ਕਹੇ ਤਹਾਂ ਹੀ। ਸਾਰੇ ਕਹਿੰਦੇ ਅਸੀਂ ਜਾਣਾ ਜੀ, ਉੱਥੇ ਜਾਣਾ ਹੈ, ਪਰ ਕਹਿੰਦੇ ਜਾਣਾ ਕਿੱਥੇ ਮੈਨੂੰ ਤਾਂ ਪਤਾ ਹੀ ਨਹੀਂ। ਜੇ ਕਿਸ ਬੈਕੁੰਠ ਦੀਆਂ ਗੱਲਾਂ ਕਰਦੇ ਪਏ ਨੇ, ਗੱਲਾਂ ਕਰਦੇ ਪਏ ਨੇ। ਜਿਹੜਾ ਗੱਲਾਂ ਕਰਦਾ ਹੈ ਨਾ ਸਾਧ ਸੰਗਤ, ਅਸਲ ਦੇ ਵਿੱਚ ਉਸ ਨੂੰ ਪਤਾ ਹੀ ਨਹੀਂ ਕਿ ਬੈਕੁੰਠ ਹੈ ਕੀ। ਅਜੋਗੀ ਕੀ ਕਹਿੰਦਾ ਹੈ? ਜੋਗੀ ਕਹਿੰਦਾ ਜੀ ਮੈਨੂੰ ਉਸ ਬੈਕੁੰਠ ਦੇ ਮੀਨਿੰਗ ਨੇ ਜੀ ਸਵਰਗ, ਹੈਵਨ। ਕਹਿੰਦਾ ਮੈਨੂੰ ਬੈਕੁੰਠ ਦੇ ਦਰਸ਼ਨ ਹੋ ਰਹੇ ਨੇ, ਮੇਰੇ ਸਾਹਮਣੇ ਆਓ, ਮੇਰੇ ਕੋਲ ਬੈਠੋ ਆਣ ਕੇ, ਮੈਂ ਤੁਹਾਡੀ ਸੀਟ ਜਿਹੜੀ ਉੱਥੇ ਰਿਜ਼ਰਵ ਕਰਵਾ ਦਿਆਂ। ਜੇ ਮੌਕਾ ਲੰਘ ਗਿਆ ਤਾਂ ਤੁਹਾਨੂੰ ਸਵਰਗ 'ਚ ਥਾਂ ਨਹੀਂ ਮਿਲਣੀ, ਆਓ ਮੇਰੇ ਕੋਲ ਬੈਠੋ। ਆਹ ਗੱਲਾਂ ਨੇ, ਬਾਤ ਨਹੀਂ ਬੈਕੁੰਠ, ਇਹ ਗੱਲਾਂ ਚੱਲਦੀਆਂ ਪਈਆਂ ਨੇ। ਆਓ ਮੇਰੇ ਕੋਲ, ਕਹਿੰਦੇ ਮੈਂ ਤੁਹਾਨੂੰ ਉੱਥੇ ਜਗ੍ਹਾ ਦਵਾਵਾਂ, ਉੱਥੇ ਤੁਹਾਡੀ ਸੀਟ ਰਿਜ਼ਰਵ ਕਰਦੇ ਹਾਂ, ਬੈਠੋ ਮੇਰੇ ਕੋਲ ਆਣ ਕੇ। ਬੈਠਦੇ ਪਏ ਨੇ ਜੀ ਲੋਕ। ਮੇਰੇ ਖਿਆਲ 'ਚ ਉਸ ਟਾਈਮ 'ਤੇ ਵੀ ਸਾਡੇ ਵਰਗੇ ਸੀ ਨਾ ਲੋਕ ਜੀ। ਅਸੀਂ ਤਾਂ ਥੋੜ੍ਹੇ ਜਿਹੇ ਉਹਨਾਂ ਤੋਂ ਅੱਗੇ ਲੰਘ ਗਏ, ਮਾਫ਼ ਕਰਨਾ, ਅਸੀਂ ਥੋੜ੍ਹਾ ਜਿਹਾ ਉਹਨਾਂ ਤੋਂ ਅੱਗੇ ਲੰਘ ਗਏ। ਉਹ ਤੇ ਫਿਰ ਵੀ ਜੇ ਗੁਰੂ ਸਾਹਿਬ ਨੇ ਸਮਝਾਇਆ ਤੇ ਸਮਝ ਗਏ। ਸਾਨੂੰ ਤਾਂ ਰੋਜ਼ ਹੀ ਗੁਰੂ ਸਾਹਿਬ ਆਵਾਜ਼ਾਂ ਮਾਰਦੇ ਪਏ ਨੇ, ਪਤਾ ਨਹੀਂ ਕਿਉਂ ਸਾਡੀ ਸਮਝ 'ਚ ਹੀ ਗੱਲ ਨਹੀਂ ਆਉਂਦੀ। ਉਹ ਜੋਗੀ ਦੇਖਿਆ ਗੁਰੂ ਸਾਹਿਬ ਨੇ ਕੀ ਕਰਦਾ ਕੀ ਪਿਆ ਹੈ, ਸਾਧੂ ਕੀ ਕਰਦਾ ਪਿਆ, ਤੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਉਹ ਜਿਹੜਾ ਜੋਗੀ ਦੇ ਉਹ ਸਾਧੂ ਦੇ ਸਾਹਮਣੇ ਇੱਕ ਲੋਟਾ ਪਿਆ ਹੋਇਆ ਨਾ ਜੀ, ਲੋਟਾ ਸਮਝਿਓ, ਉਹ ਬਰਤਨ ਜਿਹਦੇ ਵਿੱਚ ਪੈਸੇ ਪੈ ਰਹੇ ਨੇ। ਉਹ ਕਹਿੰਦੇ ਉਹ ਚੁੱਕ ਕੇ ਕਰਨਾ ਕੀ ਹੈ ਕਿ ਬਸ ਉਸ ਜੋਗੀ ਦੇ ਪਿੱਛੇ ਹੀ ਰੱਖ ਦੇਣਾ ਹੈ, ਲੈ ਕੇ ਨਹੀਂ ਆਉਣਾ, ਉਹਨੂੰ ਚੁੱਕ ਕੇ ਉਹਦੇ ਹੀ ਪਿੱਛੇ ਰੱਖ ਦੇਣਾ ਹੈ। ਭਾਈ ਮਰਦਾਨਾ ਜੀ ਗਏ, ਉਹ ਲੋਟਾ, ਉਹ ਬਰਤਨ ਚੁੱਕਿਆ ਪੈਸੇ ਵਾਲਾ, ਤੇ ਚੁੱਕ ਕੇ ਤੇ ਜੋਗੀ ਦੇ ਪਿੱਛੇ ਰੱਖ ਦਿੱਤਾ। ਉਹ ਕਰਦਾ ਕੀ ਸੀ? ਜਦੋਂ ਕਹਿੰਦਾ ਸੀ ਨਾ ਕਿ ਮੈਨੂੰ ਹੋ ਰਹੇ ਨੇ ਦਰਸ਼ਨ, ਆਓ ਮੈਂ ਤੁਹਾਨੂੰ ਕਰਾਉਣਾ, ਤੁਹਾਨੂੰ ਉੱਥੇ ਪਹੁੰਚਾਉਣਾ, ਤੇ ਉਹ ਕਦੇ ਕਦੇ ਨਾ ਅੱਖ ਖੋਲ ਕੇ ਆਪਣੇ ਉਹ ਪੈਸਿਆਂ ਵੱਲ ਧਿਆਨ ਮਾਰ ਲੈਂਦਾ ਸੀ ਵਿੱਚੋਂ, ਜੇ ਨਾ ਥੋੜ੍ਹੀ ਜਿਹੀ ਅੱਖ ਖੋਲ੍ਹਣੀ ਤੇ ਦੇਖ ਲੈਣਾ। ਹੁਣ ਜਦੋਂ ਅੱਖ ਖੋਲੀ ਸਾਹਮਣੇ ਬਰਤਨ ਹੀ ਨਹੀਂ, ਹੁਣ ਅੱਖਾਂ ਖੁੱਲ੍ਹ ਗਈਆਂ ਪੂਰੀਆਂ। ਥੋੜ੍ਹੀ ਜਿਹੀ ਖੋਲ੍ਹੀ ਸੀ, ਨਜ਼ਰ ਨਹੀਂ ਆਏ ਪੈਸੇ, ਸਾਰੀਆਂ ਹੀ ਖੁੱਲ੍ਹ ਗਈਆਂ। ਤੇ ਰੌਲਾ ਪਾਇਆ, ਕਹਿੰਦਾ ਕਿਹਨੇ ਮੇਰੇ ਨਾਲ ਮਜ਼ਾਕ ਕੀਤਾ ਹੈ? ਤੇ ਬਾਬੇ ਨਾਨਕ ਨੇ ਨਾ ਬੜੇ ਪਿਆਰ ਦੇ ਨਾਲ ਗੱਲ ਕਹੀ ਇੱਕ, ਕਹਿੰਦਾ ਗੁਰੂ ਸਾਹਿਬ ਕਹਿੰਦੇ ਤੁਹਾਨੂੰ ਤਾਂ ਮਹਾਂਪੁਰਖੋ ਬੈਕੁੰਠ ਦੇ ਦਰਸ਼ਨ ਹੁੰਦੇ ਪਏ ਨੇ, ਤੇ ਮਾੜਾ ਜਿਹਾ ਲਗਾਓ ਧਿਆਨ, ਹੋ ਸਕਦਾ ਤੁਹਾਡਾ ਲੋਟਾ ਵੀ ਤੁਹਾਨੂੰ ਨਜ਼ਰ ਆ ਜਾਏ। ਲਗਾਓ ਧਿਆਨ, ਹੋ ਸਕਦਾ ਤੁਹਾਡਾ ਲੋਟਾ ਵੀ ਤੁਹਾਨੂੰ ਨਜ਼ਰ ਆ ਜਾਏ। ਪਰ ਉਹ ਲੋਟਾ ਨਜ਼ਰ ਆਵੇ ਕਿੱਥੋਂ? ਕੇਵਲ ਗੱਲਾਂ ਹੀ ਤਾਂ ਸੀ, ਗੱਲਾਂ ਦੇ ਨਾਲ ਹੀ ਤਾਂ ਲੋਕਾਂ ਨੂੰ ਠੱਗਦਾ ਪਿਆ ਸੀ, ਗੱਲਾਂ ਦੇ ਨਾਲ ਹੀ ਤਾਂ ਆਪਣੇ ਜਾਲ ਦੇ ਵਿੱਚ ਉਹ ਫਸਾਉਂਦਾ ਪਿਆ ਸੀ। ਗੱਲਾਂ ਹੀ ਤਾਂ ਇਨਸਾਨ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀਆਂ ਨੇ। ਹੋ ਵੈਸੇ ਕਿਸ ਤਰ੍ਹਾਂ ਇਨਸਾਨ ਫਸ ਜਾਏਗਾ? ਦੋ ਹੀ ਗੱਲਾਂ ਨੇ ਸਾਧ ਸੰਗਤ, ਦੋ ਤਰੀਕਿਆਂ ਦੇ ਨਾਲ ਇਨਸਾਨ ਫਸਦਾ ਜੇ। ਇੱਕ ਤੇ ਗੱਲਾਂ ਦੇ ਰਾਹੀਂ, ਤੇ ਦੂਜਾ ਪਹਿਰਾਵਾ ਕਾਸਟਿਊਮ, ਕੀ ਪਹਿਨਿਆ ਹੋਇਆ ਹੈ। ਇਹ ਦੋ ਚੀਜ਼ਾਂ ਇਨਸਾਨ ਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦੀਆਂ ਨੇ। ਤੇ ਜੋਗੀ ਨੇ ਗੱਲਾਂ ਦੇ ਰਾਹੀਂ ਉਹਨਾਂ ਨੂੰ ਫਸਾਇਆ ਹੋਇਆ ਸੀ, ਤੇ ਹੁਣ ਨਜ਼ਰ ਕਿੱਥੋਂ ਆਵੇ? ਤੇ ਬਾਬੇ ਨਾਨਕ ਜੀ ਨੇ ਉੱਥੇ ਫਿਰ ਇੱਕ ਵਚਨ ਕਿਹਾ, ਕਹਿੰਦੇ ਤੁਹਾਨੂੰ ਉੱਥੋਂ ਦੇ ਦਰਸ਼ਨ ਹੁੰਦੇ ਪਏ ਨੇ, ਪਰ ਤੁਹਾਡੇ ਪਿੱਛੇ ਹੀ ਇੱਕ ਲੋਟਾ ਪਿਆ ਹੋਇਆ ਤੁਹਾਡਾ ਹੀ, ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਕਹਿੰਦੇ ਮਗਰ ਪਾਸ਼ਾ ਕਸ਼ ਨਾ ਸੂਝੈ ਇਹ ਪਦਮ ਅਲੋ। ਕਹਿੰਦੇ ਪਿੱਛੇ ਤੇਰੇ ਲੋਟਾ ਪਿਆ ਹੋਇਆ, ਤੈਨੂੰ ਉਹ ਨਜ਼ਰ ਨਹੀਂ ਆ ਰਿਹਾ, ਤੇ ਗੱਲਾਂ ਤੂੰ ਕਰਦਾ ਪਿਆ ਬੈਕੁੰਠ ਦੀਆਂ, ਗੱਲਾਂ ਤੂੰ ਕਰਦਾ ਪਿਆ ਸਵਰਗ ਦੀਆਂ। ਸੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਿਹੜਾ ਐਮਪਟੀ ਵੈਸਲ ਹੈ ਨਾ, ਉਹ ਜ਼ਿਆਦਾ ਆਵਾਜ਼ ਕਰੇਗਾ ਕਿਉਂਕਿ ਉਹ ਖਾਲੀ ਹੈ। ਤੇ ਸਾਧ ਸੰਗਤ ਇੱਥੇ ਇੱਕ ਗੱਲ ਹੋਰ ਵੀ ਜੇ ਯਾਦ ਰਹੇ, ਇਹ ਆਪਾਂ ਪ੍ਰੋਵਰਬ ਸਾਰਿਆਂ ਨੇ ਸੁਣੀ ਹੈ, ਸਾਰਿਆਂ ਨੂੰ ਇਹਦੇ ਮੀਨਿੰਗ ਚੰਗੀ ਤਰ੍ਹਾਂ ਪਤਾ ਨੇ ਕਿ ਕੀ ਮਤਲਬ ਹੈ ਇਹਦਾ। ਐਮਪਟੀ ਵੈਸਲਸ ਮੇਕਸ ਦਾ ਮੋਸਟ ਸਾਊਂਡ, ਇਹਦਾ ਮਤਲਬ ਕੀ ਸਾਰਿਆਂ ਨੂੰ ਪਤਾ ਹੈ।
ਪਰ ਇੱਕ ਗੱਲ ਹੋਰ ਯਾਦ ਰੱਖਿਓ, ਜੇਕਰ ਮਾਲਕ ਦੀ ਖੁਸ਼ੀ ਚਾਹੀਦੀ ਹੈ, ਜੇ ਮਾਲਕ ਨਾਲ ਰੱਬ ਨਾਲ ਗੱਲਾਂ ਕਰਨੀਆਂ ਨੇ, ਤੇ ਫਿਰ ਭਾਂਡੇ ਦਾ ਖਾਲੀ ਹੋਣਾ ਬੜਾ ਜ਼ਰੂਰੀ ਹੈ। ਭਾਂਡੇ ਦਾ ਖਾਲੀ ਹੋਣਾ ਬੜਾ ਜ਼ਰੂਰੀ ਹੈ। ਇਹਨੂੰ ਧਿਆਨ ਨਾਲ ਸੁਣਿਓ। ਜੇ ਸਾਡਾ ਬਰਤਨ ਆਲਰੇਡੀ ਪਹਿਲਾਂ ਹੀ ਭਰਿਆ ਹੋਇਆ, ਉਹਦੇ ਵਿੱਚ ਕੀ ਅਸੀਂ ਪਾ ਲਵਾਂਗੇ, ਕੀ ਪਾਵਾਂਗੇ? ਕਹਿੰਦੇ ਇੱਕ ਸਾਧੂ ਦੇ ਕੋਲ ਨਾ ਇੱਕ ਆਦਮੀ ਗਿਆ, ਸਧਾਰਨ ਜਿਹਾ। ਉਹ ਜਾ ਕੇ ਉਹਨੂੰ ਕਹਿੰਦਾ ਬਾਬਾ ਜੀ, ਮੈਂ ਤੁਹਾਡੇ ਕੋਲੋਂ ਗਿਆਨ ਲੈਣ ਆਇਆ, ਮੈਨੂੰ ਗਿਆਨ ਦਿਓ। ਮੈਂ ਥੋੜ੍ਹਾ ਬਹੁਤਾ ਜਾਣਦਾ, ਮੈਨੂੰ ਥੋੜ੍ਹਾ ਜਿਹਾ ਹੋਰ ਗਿਆਨ ਦਿਓ, ਮੈਂ ਹੋਰ ਗਿਆਨ ਲੈਣਾ ਚਾਹੁੰਦਾ। ਤੇ ਉਹ ਸਾਧੂ ਬੋਲਿਆ ਕੁਝ ਨਹੀਂ ਜੀ। ਉਹਨੇ ਕੀ ਕੀਤਾ, ਉਹਦੇ ਕੋਲੇ ਨਾ ਇੱਕ ਜਾਰ ਪਿਆ ਹੋਇਆ ਸੀ, ਜੱਗ ਕਹਿ ਲਈਏ ਜੀ, ਪਾਣੀ ਦਾ ਜੱਗ ਪਿਆ ਹੋਇਆ ਸੀ। ਤੇ ਉਹਨੇ ਜੱਗ ਪਕੜ ਕੇ ਨਾ ਜੀ ਹੈਂਡਲ ਤੋਂ, ਤੇ ਉਹਨੂੰ ਪਾਣੀ ਡੋਲਣਾ ਸ਼ੁਰੂ ਕਰ ਦਿੱਤਾ। ਡੋਲਣਾ ਸਮਝਦੇ ਹੋ ਨਾ ਜੀ, ਪਾਣੀ ਨੂੰ ਡੋਲਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਪਾਣੀ ਡੋਲਦਾ ਪਿਆ, ਤੇ ਉਹ ਬੰਦਾ ਦੇਖਦਾ ਪਿਆ ਉਹਦੇ ਵੱਲ। ਸਾਧੂ ਬੋਲਿਆ ਕੁਝ ਨਹੀਂ, ਜ਼ੁਬਾਨ ਤੋਂ ਦੇਖਦਾ ਰਿਹਾ, ਕੁਝ ਸਮਾਂ ਦੇਖਦਾ ਰਿਹਾ। ਹੌਲੀ ਹੌਲੀ ਪਾਣੀ ਡੁੱਲਦਾ ਪਿਆ ਹੈ। ਜਦੋਂ ਸਾਧੂ ਕੁਝ ਨਾ ਬੋਲਿਆ, ਤੇ ਉਹ ਗੁੱਸੇ 'ਚ ਕਹਿੰਦਾ ਮੈਂ ਤੁਹਾਡੇ ਕੋਲ ਗਿਆਨ ਲੈਣ ਆਇਆ, ਤੁਸੀਂ ਪਾਣੀ ਡੋਲੀ ਜਾ ਰਹੇ ਹੋ। ਹੁਣ ਬੋਲਦਾ ਹੈ ਸਾਧੂ, ਪਤਾ ਕੀ ਕਹਿੰਦਾ ਭਲਿਆ, ਗਿਆਨ ਲੈਣ ਵਾਸਤੇ ਨਾ ਪਹਿਲਾਂ ਆਪਣੇ ਬਰਤਨ ਨੂੰ ਖਾਲੀ ਕਰਨਾ ਪੈਂਦਾ ਹੈ। ਗਿਆਨ ਲੈਣ ਵਾਸਤੇ, ਕੁਝ ਪ੍ਰਾਪਤ ਕਰਨ ਵਾਸਤੇ ਪਹਿਲਾਂ ਆਪਣੇ ਅੰਦਰ ਨੂੰ, ਆਪਣੇ ਬਰਤਨ ਨੂੰ ਖਾਲੀ ਕਰਨਾ ਪੈਂਦਾ ਹੈ। ਸਤਿਗੁਰੂ ਜੀ ਕੀ ਕਹਿੰਦੇ ਨੇ ਬਾਣੀ 'ਚ? ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੂਧੇ ਕਉ ਜਾਵੋ। ਜੇ ਬਰਤਨ ਦੇ ਵਿੱਚ ਪਹਿਲਾਂ ਹੀ ਕੁਝ ਪਿਆ ਹੋਇਆ ਹੈ, ਗੁਰੂ ਸਾਹਿਬ ਕਹਿੰਦੇ ਉਹਨੂੰ ਖਾਲੀ ਕਰ। ਹੁਣ ਦੇਖੋ, ਪਿੰਡਾਂ ਦੇ ਵੱਲ ਆਪਾਂ ਝਾਤ ਮਾਰੀ, ਥੋੜ੍ਹਾ ਜਿਹਾ ਪੰਜਾਬ ਦੀ ਧਰਤੀ 'ਤੇ ਚੱਲੀਏ। ਉਹ ਸਮਾਂ ਜਦੋਂ ਘਰਾਂ ਦੇ ਵਿੱਚ ਜਿਹੜੇ ਦੁੱਧ ਦੀ ਮਿਲਕਮੈਨ ਨਾ ਦੁੱਧ ਦੇਣ ਆਉਂਦੇ ਹੁੰਦੇ ਸੀ, ਤੇ ਜਦੋਂ ਉਹਨੇ ਆਵਾਜ਼ ਦੇਣੀ ਬਾਹਰ ਖਲੋ ਕੇ, ਦਰਵਾਜ਼ਾ ਖੜਕਾਉਣਾ, ਤੇ ਘਰ ਦੇ ਵਿੱਚੋਂ ਜਾਂ ਬਰਤਨ ਬੱਚੇ ਨੂੰ ਦੇ ਦੇਣਾ, ਜਾਂ ਆਪ ਹੀ ਘਰ ਦੀ ਜਿਹੜੀ ਔਰਤ ਹੈ ਉਹਨੇ ਬਰਤਨ ਖਾਲੀ ਸਾਫ਼ ਮਾਂਜਿਆ ਹੋਇਆ ਬਾਹਰ ਲੈ ਕੇ ਜਾਣਾ, ਤੇ ਉਹਦੇ ਵਿੱਚ ਦੁੱਧ ਪਵਾ ਕੇ ਲਿਆਉਣਾ। ਤੇ ਜੇਕਰ ਸਪੋਜ਼ ਕਰੋ ਉਹ ਔਰਤ ਐਸਾ ਬਰਤਨ ਲੈ ਕੇ ਜਾਵੇ ਜਿਹੜਾ ਪਹਿਲਾਂ ਹੀ ਬੜਾ ਅੰਦਰੋਂ ਗੰਦਾ ਹੋਇਆ ਪਿਆ ਹੈ, ਜਾਂ ਉਹਦੇ ਵਿੱਚ ਪਹਿਲਾਂ ਹੀ ਕੋਈ ਵਸਤੂ ਪਈ ਹੋਈ ਹੈ, ਤੇ ਉਹ ਮਿਲਕਮੈਨ ਜਿਹੜਾ ਹੈ ਨਾ, ਉਹ ਉਹਦੇ ਵਿੱਚ ਦੁੱਧ ਨਹੀਂ ਸੀ ਪਾਉਂਦਾ। ਕਿਉਂਕਿ ਉਹਨੂੰ ਪਤਾ ਹੈ ਕਿ ਇਹਦੇ ਵਿੱਚ ਦੁੱਧ ਪਾਵਾਂਗਾ ਤਾਂ ਖਰਾਬ ਹੋ ਜਾਏਗਾ, ਪੈ ਹੀ ਨਹੀਂ ਸਕਣਾ, ਨਹੀਂ ਪਾਏਗਾ। ਸਤਿਗੁਰੂ ਜੀ ਕਹਿੰਦੇ ਐਮਟੀ ਵੈਸਲਸ ਜਿਹੜੇ ਨੇ ਰੌਲਾ ਜ਼ਰੂਰ ਪਾਉਂਦੇ ਨੇ, ਇਹ ਇੱਕ ਪੱਖ ਹੈ, ਪਰ ਦੂਜਾ ਇਹ ਵੀ ਜ਼ਰੂਰੀ ਹੈ ਕਿ ਜੇਕਰ ਉਸ ਮਾਲਕ ਦੇ ਨਾਲ ਗੱਲ ਕਰਨੀ ਹੈ, ਤਾਂ ਪਹਿਲਾਂ ਤੁਹਾਡਾ ਇਹ ਮਨ ਰੂਪੀ ਬਰਤਨ ਜਿਹੜਾ ਨਾ, ਇਹ ਖਾਲੀ ਹੋਣਾ ਚਾਹੀਦਾ ਹੈ। ਇਹ ਭਰਿਆ ਕਾਹਦੇ ਨਾਲ ਹੈ? ਇਹ ਭਰਿਆ ਜੀ ਵਿਕਾਰਾਂ ਦੇ ਨਾਲ, ਇਹ ਭਰਿਆ ਨੈਗੇਟਿਵਿਟੀ ਦੇ ਨਾਲ। ਇਹਨੂੰ ਖਾਲੀ ਕਰਨਾ ਪਏਗਾ। ਤੇ ਜਦੋਂ ਇਹ ਖਾਲੀ ਹੋਏਗਾ, ਫਿਰ ਇਹਦੇ ਵਿੱਚ ਉਸ ਮਾਲਕ ਦਾ ਗਿਆਨ ਜਿਹੜਾ ਨਾ ਉਹ ਪਏਗਾ। ਵੈਸੇ ਨਾ ਖਿਆਲ ਕਰਿਓ, ਮੈਂ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ ਨਾ ਜੀ ਕਿ ਖਾਲੀ ਭਾਂਡਾ ਖੜਕਦਾ ਹੈ, ਤੇ ਦੂਜੀ ਗੱਲ ਹੈ ਜੀ ਕਿ ਪੁੱਠਾ ਹੋਇਆ ਪਿਆ ਹੈ। ਹੁਣ ਦੇਖੋ, ਪ੍ਰਮਾਤਮਾ ਦੇ ਨਾਮ ਦੀ ਵਰਖਾ ਹਰ ਥਾਂ ਤੇ ਹੁੰਦੀ ਪਈ ਹੈ, ਹਰ ਥਾਂ ਤੇ। ਜਦੋਂ ਮੀਂਹ ਪੈਂਦਾ ਹੈ, ਤੁਹਾਨੂੰ ਪਤਾ ਹੀ ਆ, ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਬੜੀ ਹੋ ਰਹੀ ਹੈ। ਜਦੋਂ ਬਾਰਿਸ਼ ਹੁੰਦੀ ਹੈ, ਜਿਹੜਾ ਵੀ ਬਾਹਰ ਹੋਏਗਾ ਉਹ ਭਿੱਜੇਗਾ। ਜੇਕਰ ਬਰਤਨ ਕੋਈ ਪਿਆ ਹੋਇਆ ਹੈ ਬਾਹਰ, ਉਹ ਪਾਣੀ ਦੇ ਨਾਲ ਭਰੇਗਾ। ਪਰ ਜੇਕਰ ਉਹ ਬਰਤਨ ਪੁੱਠਾ ਹੋਇਆ ਪਿਆ ਹੈ ਨਾ, ਸਾਰਾ ਦਿਨ, ਸਾਰੀ ਰਾਤ, ਕਈ ਦਿਨ ਮੀਂਹ ਪੈਂਦਾ ਰਹੇ, ਉਹ ਬਰਤਨ ਖਾਲੀ ਦਾ ਖਾਲੀ ਰਹੇਗਾ, ਕਿਉਂਕਿ ਉਹ ਪੁੱਠਾ ਹੋਇਆ ਪਿਆ ਹੈ। ਮਾਲਕ ਦੇ ਨਾਮ ਦੀ ਵਰਖਾ ਹਰ ਪਾਸੇ ਹੁੰਦੀ ਪਈ ਹੈ, ਹਰ ਪਾਸੇ ਹੁੰਦੀ ਪਈ ਹੈ। ਬਸ ਪ੍ਰੋਬਲਮ ਇੱਥੇ ਹੈ ਕਿ ਸਾਡਾ ਇਹ ਅੰਦਰਲਾ ਜਿਹੜਾ ਭਾਂਡਾ ਹੈ ਨਾ, ਇਹ ਪੁੱਠਾ ਹੋਇਆ ਪਿਆ ਹੈ। ਇਹਨੂੰ ਸਿੱਧਾ ਕਰਨਾ ਹੈ, ਸਿੱਧਾ ਕਰਨਾ ਹੈ, ਤੇ ਦੇਖਣਾ ਹੈ ਕਿ ਇਹ ਅੰਦਰੋਂ ਮੈਲਾ ਤੇ ਨਹੀਂ ਹੈ, ਪੁੱਠਾ ਹੈ। ਇਹਨੂੰ ਸਿੱਧਾ ਕਰਨਾ ਹੈ, ਦੇਖਣਾ ਹੈ ਹੁਣ ਕਿ ਮੈਲਾ ਤੇ ਨਹੀਂ ਹੈ। ਜੇ ਮੈਲਾ ਹੈ ਤੇ ਇਹਨੂੰ ਸਾਫ਼ ਕਰਨਾ ਹੈ। ਸਾਫ਼ ਕਿਵੇਂ ਕਰਨਾ ਹੈ? ਸਤਿਗੁਰੂ ਜੀ ਕਹਿੰਦੇ ਇਹ ਸਾਫ਼ ਹੋ ਸਕਦਾ ਹੈ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਈ ਸੀ। ਗੰਦਾ ਭਾਂਡਾ ਧੋਤਿਆਂ, ਪਾਣੀ ਦੇ ਨਾਲ ਧੋਤਿਆਂ ਸਾਫ਼ ਹੋ ਜਾਏਗਾ, ਪਰ ਇਹ ਭਾਂਡਾ ਜਿਹੜਾ ਨਾ ਪਾਣੀ ਨਾਲ ਸਾਫ਼ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਇਹਨੂੰ ਸਾਫ਼ ਕਰਨਾ ਹੈ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਦੋ ਗੱਲਾਂ ਹੋ ਗਈਆਂ ਜੀ। ਹੁਣ ਇੱਕ ਤੇ ਭਾਂਡੇ ਨੂੰ ਆਪਾਂ ਸਿੱਧਾ ਕਰ ਲਿਆ ਗੁਰੂ ਕਿਰਪਾ ਨਾਲ, ਦੂਜਾ ਹੁਣ ਇਹਨੂੰ ਸਾਫ਼ ਵੀ ਕਰ ਲਿਆ ਗੁਰੂ ਦੇ ਦਰ ਤੇ ਆਣ ਕੇ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਈ ਸੀ। ਹੱਛਾ ਮਤਲਬ ਸਾਫ਼ ਹੋ ਗਿਆ, ਕਲੀਨ ਹੋ ਗਿਆ ਜੀ। ਹੁਣ ਜਦੋਂ ਸਾਫ਼ ਹੋ ਗਿਆ ਹੈ ਨਾ, ਸਤਿਗੁਰੂ ਜੀ ਕਹਿੰਦੇ ਹੁਣ ਉਸ ਮਾਲਕ ਦੇ ਨਾਮ ਦੀ ਵਰਖਾ ਹੋਣੀ ਹੈ, ਤੇ ਹੁਣ ਇਹ ਭਰੇਗਾ।
ਭਰੇ ਗੁਰੂ ਦੁਆਰੇ ਆਏ। ਗੁਰੂ ਇੱਥੇ ਆਣ ਕੇ ਪਹਿਲਾਂ ਨਾ ਆਣ ਕੇ ਇਸ ਨੂੰ ਸਿੱਧਾ ਕਰਨਾ ਪਏਗਾ, ਇਹਨੂੰ ਮਾਂਜਣਾ ਪਏਗਾ। ਤੇ ਜਦੋਂ ਸਿੱਧਾ ਕਰ ਲਵਾਂਗੇ, ਮਾਂਜ ਲਵਾਂਗੇ, ਫਿਰ ਉਸ ਮਾਲਕ ਦੇ ਨਾਮ ਦੀ ਵਰਖਾ ਹੋਣੀ ਹੈ, ਫਿਰ ਇਹਨੇ ਭਰ ਜਾਣਾ ਹੈ। ਤੇ ਜਦੋਂ ਭਰ ਗਿਆ, ਫਿਰ ਪਹਿਲੀ ਗੱਲ ਤੇ ਆ ਜਾਈਏ, ਇਹਨੇ ਰੌਲਾ ਨਹੀਂ ਜੇ ਪਾਉਣਾ, ਇਹਨੇ ਨੋਇਸ ਨਹੀਂ ਜੀ ਕਰਨਾ, ਟਿਕ ਜਾਏਗਾ, ਸ਼ਾਂਤ ਹੋ ਜਾਏਗਾ। ਤੇ ਜਿਹੜੇ ਭਰ ਜਾਂਦੇ ਨੇ ਨਾ ਅੰਦਰੋਂ ਸਾਧ ਸੰਗਤ, ਉਹ ਰੌਲਾ ਨਹੀਂ ਜੇ ਪਾਉਂਦੇ, ਸ਼ਾਂਤ ਹੋ ਜਾਂਦੇ ਨੇ। ਐਗਜ਼ੈਂਪਲਸ ਭਰੀਆਂ ਪਈਆਂ ਨੇ, ਹਿਸਟਰੀ ਪੜ੍ਹ ਕੇ ਦੇਖੋ, ਬੇਅੰਤ ਐਗਜ਼ੈਂਪਲਸ ਤੁਹਾਨੂੰ ਮਿਲਣਗੀਆਂ। ਕੋਈ ਕੁਛ ਵੀ ਕਹਿੰਦਾ ਰਵੇ, ਕੋਈ ਕੁਝ ਵੀ ਕਹਿੰਦਾ ਰਵੇ, ਉਹਨੂੰ ਕੋਈ ਫਰਕ ਨਹੀਂ ਜੇ ਪੈਂਦਾ, ਉਹ ਟਿਕਿਆ ਹੋਇਆ। ਇੱਕ ਮਹਾਤਮਾ ਬੁੱਧ ਜੀ ਦੇ ਜੀਵਨ ਦੇ ਵਿੱਚੋਂ ਘਟਨਾ ਜੀ, ਕਿਸੇ ਪਿੰਡ ਦੇ ਵਿੱਚੋਂ ਲੰਘਦੇ ਪਏ ਸੀ ਤੇ ਇੱਕ ਸਾਹਮਣੇ ਬੰਦਾ ਆਇਆ ਤੇ ਉਹਨੇ ਬੜੇ ਮਾੜੇ ਲਫ਼ਜ਼ ਮਹਾਤਮਾ ਬੁੱਧ ਜੀ ਨੂੰ ਕਹਿਣੇ ਸ਼ੁਰੂ ਕਰ ਦਿੱਤੇ ਜੀ, ਗਾਲਾਂ ਕੱਢਣੀਆਂ, ਸਿੱਧਾ ਕਹਿ ਲਈਏ, ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਤੇ ਜਾਣ ਲੱਗਣ ਮੂੰਹ ਦੇ ਉੱਤੇ ਥੁੱਕ ਵੀ ਗਿਆ। ਤੇ ਮਹਾਤਮਾ ਬੁੱਧ ਜੀ ਸ਼ਾਂਤ ਮੁਸਕਰਾਏ, ਅੱਗੇ ਲੰਘ ਗਏ। ਤੇ ਜਿਹੜਾ ਉਹਨਾਂ ਦਾ ਚੇਲਾ ਸੀ ਪੁੱਛਿਆ, ਕਹਿੰਦੇ ਜੀ ਕਮਾਲ ਹੈ, ਉਹ ਤੁਹਾਨੂੰ ਇੰਨੀਆਂ ਗਾਲਾਂ ਕੱਢ ਕੇ ਗਿਆ, ਇੰਨੇ ਮਾੜੇ ਲਫ਼ਜ਼ ਤੁਹਾਨੂੰ ਬੋਲ ਕੇ ਗਿਆ, ਤੁਹਾਡੇ ਉੱਤੇ ਥੁੱਕ ਕੇ ਵੀ ਗਿਆ ਹੈ, ਤੁਸੀਂ ਬਿਲਕੁਲ ਸ਼ਾਂਤ, ਤੁਸੀਂ ਚੁੱਪ, ਤੇ ਤੁਸੀਂ ਮੁਸਕਰਾਉਂਦੇ ਪਏ ਹੋ। ਬੜਾ ਪਿਆਰਾ ਜਵਾਬ ਦਿੱਤਾ ਸਾਧ ਸੰਗਤ, ਜਿਹੜਾ ਭਰ ਜਾਂਦਾ, ਭਰਿਆ ਹੋਏ ਸੋ ਕਦੇ ਨਾ ਡੋਲੇ। ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬੋ ਨਾ ਡੋਲੇ। ਕਬੀਰ ਸਾਹਿਬ ਕਹਿੰਦੇ ਜਿਹੜਾ ਖਾਲੀ ਹੈ ਉਹੀ ਰੌਲਾ ਪਾਏਗਾ, ਭਰਿਆ ਨਹੀਂ ਜੇ ਰੌਲਾ ਪਾਉਂਦਾ। ਕਹਿੰਦੇ ਦੇਖ, ਤੂੰ ਮੈਨੂੰ ਕੋਈ ਚੀਜ਼ ਦੇਣਾ ਚਾਹਵੇਂ, ਕੋਈ ਵਸਤੂ ਮੈਨੂੰ ਦੇਣੀ ਚਾਹਵੇਂ, ਮੈਂ ਤੇਰੇ ਕੋਲੋਂ ਲਵਾਂ ਹੀ ਨਾ, ਰਹੇਗੀ ਕਿੱਥੇ? ਉਹ ਕਹਿੰਦਾ ਜੀ ਮੇਰੇ ਕੋਲ ਹੀ ਰਹਿ ਜਾਏਗੀ। ਬਸ ਕਹਿੰਦੇ ਕਹਾਣੀ ਇੰਨੀ ਕੁ ਹੈ, ਉਹਨੇ ਗਾਲਾਂ ਕੱਢੀਆਂ, ਉਹਨੇ ਮਾੜੇ ਲਫ਼ਜ਼ ਬੋਲੇ, ਮੈਂ ਲਏ ਹੀ ਨਹੀਂ, ਰਹਿ ਕਿੱਥੇ ਗਏ? ਕਹਿੰਦਾ ਜੀ ਉਹਦੇ ਕੋਲ ਹੀ, ਭਰਿਆ ਹੋਏ ਸੋ ਕਬੋ ਨਾ, ਉਹ ਨਹੀਂ ਜੇ ਡੋਲਦਾ, ਟਿਕਾ ਦੇ ਵਿੱਚ ਹੈ। ਇਹ ਗੱਲ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਪਏ ਨੇ। ਗੱਗੇ ਗੋਏ ਗਾਏ ਜਿਨ ਛੋਡੀ। ਥੋੜਾ ਜਿਹਾ ਗਿਆਨ ਮਿਲਿਆ ਤੇ ਹੰਕਾਰ ਆ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਨੇ ਇਸ ਸੰਸਾਰ ਨੂੰ ਸਾਜਿਆ, ਜਿਸ ਨੇ ਇਸ ਸੰਸਾਰ ਨੂੰ ਬਣਾਇਆ, ਤੂੰ ਉਹਦੀ ਯਾਦ ਵਿੱਚ ਜੁੜਨਾ ਸੀ। ਪਰ ਹੋਇਆ ਕਿ 2 ਕਿਤਾਬਾਂ ਪੜ੍ਹ ਕੇ ਤੈਨੂੰ ਲੱਗਾ ਕਿ ਤੂੰ ਬੜਾ ਗਿਆਨੀ ਬਣ ਗਿਆ, ਹੰਕਾਰ ਆ ਗਿਆ। ਗੱਲੀ ਗੋਬਿੰਦ ਗਰਭ ਭਇਆ। ਗਰਭ ਦਾ ਮਤਲਬ ਹੈ ਜੀ, ਇੱਥੇ ਮੈਂ ਇਹ ਜਿਹੜਾ ਲਫ਼ਜ਼ ਹੈ ਨਾ ਜੀ, ਬਾਣੀ ਪੜ੍ਹਨ ਵਾਲਿਓ, ਜਿਹੜਾ ਗਰਭ ਲਫ਼ਜ਼ ਹੈ ਨਾ, ਬੱਬੇ ਦੇ ਨਾਲ ਇੱਥੇ ਲਿਖਿਆ ਹੋਇਆ, ਤੁਸੀਂ ਪੜ੍ਹਦੇ ਪਏ ਉੱਤੇ ਬੱਬਾ, ਲੈਟਰ ਬੱਬਾ, ਇਹਨੂੰ ਬੜਾ ਸੌਫਟਲੀ ਪੜ੍ਹਨਾ ਹੈ। ਗਰਭ, ਜੇ ਇਹਨੂੰ ਥੋੜਾ ਜਿਹਾ ਵੀ ਭਾਰਾ ਕਰ ਦਿੱਤਾ ਮੀਨਿੰਗ ਚੇਂਜ ਹੋ ਜਾਣੇ ਨੇ। ਜੇ ਇਹਨੂੰ ਪੜ੍ਹ ਦਿੱਤਾ ਨਾ ਗਰਭ, ਉਹ ਮੀਨਿੰਗ ਟੋਟਲੀ ਡਿਫਰੈਂਟ ਹੋ ਗਈ। ਉਹ ਗਰਭ ਹੋ ਗਿਆ ਜੀ, ਵੂਮ, ਮਾਤਾ ਦਾ ਗਰਭ, ਉਦਰ। ਸੋ ਇਹਨੂੰ ਬੜਾ ਸੌਫਟਲੀ ਪੜ੍ਹਨਾ ਹੈ। ਗਰਭ, ਗਰਭ ਮਤਲਬ ਹੰਕਾਰ। ਗੁਰੂ ਸਾਹਿਬ ਕਹਿੰਦੇ ਜਿਸ ਮਾਲਕ ਨੇ ਇਹ ਸੰਸਾਰ ਸਾਜਿਆ, ਤੂੰ ਉਹਦੀ ਯਾਦ ਵਿੱਚ ਜੁੜਨਾ ਸੀ ਤਾਂ ਕਿ ਤੇਰੇ ਅੰਦਰੋਂ ਇਹ ਹੰਕਾਰ ਨਿਕਲ ਸਕਦਾ। ਪਰ ਹੋਇਆ ਕਿ 4 ਕਿਤਾਬਾਂ ਪੜ੍ਹ ਕੇ, 4 ਆਰਟੀਕਲ ਪੜ੍ਹ ਕੇ ਤੂੰ ਹੰਕਾਰ ਦੇ ਵਿੱਚ ਆਣ ਕੇ ਮਸਤਿਆ ਗਿਆ, ਹੰਕਾਰੀ ਹੋ ਗਿਆ ਤੂੰ, ਕਿ ਸਮਝਣ ਲੱਗ ਪਿਆ ਵੀ ਮੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਭੁੱਲੀ ਨਾ, ਜਿਸ ਨੇ ਘੜ ਭਾਂਡੇ ਜਿਨ ਆਵੀ ਸਾਜੀ। ਘੜ ਭਾਂਡੇ ਦਾ ਮਤਲਬ ਹੈ ਜਿਸ ਪਰਮਾਤਮਾ ਨੇ ਸਾਨੂੰ ਸਾਜਿਆ। ਆ ਜਿਹੜਾ ਲਫ਼ਜ਼ ਹੈ ਨਾ ਜੀ, ਗੋਏ ਤੇ ਗਾਏ, ਇਹਦਾ ਭਾਵ ਵੈਸੇ ਪਤਾ ਕੀ ਹੈ? ਜਦੋਂ ਆਪਾਂ ਘਰ ਦੇ ਵਿੱਚ ਪ੍ਰਸ਼ਾਦੇ ਤਿਆਰ ਕਰਦੇ, ਪ੍ਰਸ਼ਾਦੇ ਪਕਾਉਣ ਲੱਗਦੇ ਹਾਂ, ਪਹਿਲਾਂ ਆਟਾ ਗੁੰਨਿਆ ਜਾਂਦਾ ਹੈ। ਆਟਾ ਗੁੰਨਦੇ ਹਾਂ ਜੀ, ਫਿਰ ਪ੍ਰਸ਼ਾਦੇ ਪੱਕਦੇ ਨੇ। ਤੇ ਭਾਂਡੇ ਬਣਾਉਣ ਦੇ ਲਈ ਵੀ ਨਾ ਪਹਿਲਾਂ ਮਿੱਟੀ ਨੂੰ ਗੁੰਨਿਆ ਜਾਂਦਾ ਹੈ, ਮਿੱਟੀ ਨੂੰ ਗੋਇਆ ਜਾਂਦਾ ਹੈ। ਗੋਏ ਗਾਏ, ਮਿੱਟੀ ਨੂੰ ਗੋਇਆ ਜਾਂਦਾ ਹੈ, ਗੁੰਨਿਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਬੜੇ ਸਿਸਟੇਮੈਟਿਕਲੀ ਇਸ ਸੰਸਾਰ ਨੂੰ ਸਾਜਿਆ, ਜੀਵਾਂ ਨੂੰ ਪੈਦਾ ਕੀਤਾ ਹੈ। ਤੂੰ ਉਹਦੀ ਯਾਦ ਵਿੱਚ ਜੁੜ, ਹੰਕਾਰੀ ਨਾ ਹੋ। ਤੇ ਜੇ ਹੰਕਾਰ ਆ ਗਿਆ, ਯਾਦ ਰੱਖੀ, ਇਸ ਹੰਕਾਰ ਦੇ ਕਰਕੇ ਉਸ ਮਾਲਕ ਨੇ ਘੜ ਭਾਂਡੇ ਜਿਨ ਆਵੀ ਸਾਜੀ। ਆਵੀ ਮਤਲਬ ਕਿਲਨ। ਉਹਨੇ ਇੱਕ ਭੱਠਾ ਵੀ ਬਣਾਇਆ ਹੋਇਆ ਹੈ ਜਿਹਦੇ ਵਿੱਚ ਉਹਨਾਂ ਭਾਂਡਿਆਂ ਨੂੰ ਰੱਖ ਕੇ ਗਰਮ ਕੀਤਾ ਜਾਂਦਾ, ਪਕਾਇਆ ਜਾਂਦਾ ਹੈ ਨਾ ਜੀ। ਉਹ ਵੈਸੇ ਭੱਠੇ ਵਿੱਚ ਭਾਂਡੇ ਪਕਾਏ ਜਾਂਦੇ ਨੇ, ਪੱਕੇ ਕੀਤੇ ਜਾਂਦੇ ਨੇ ਤਾਂ ਕਿ ਯੂਜ਼ ਦੇ ਵਿੱਚ ਆ ਸਕਣ। ਪਰ ਇੱਥੇ ਉਸ ਭੱਠੇ ਦਾ, ਉਸ ਕਿਲਨ ਦਾ ਭਾਵ ਹੈ ਕਿ ਪ੍ਰਮਾਤਮਾ ਨੇ ਐਸਾ ਸਿਸਟਮ ਬਣਾ ਦਿੱਤਾ ਹੈ ਕਿ ਜੇਕਰ ਤੂੰ ਹੰਕਾਰ ਦੇ ਵਿੱਚ ਫਸ ਗਿਆ, ਫਿਰ ਤੂੰ ਜੰਮਦਾ ਤੇ ਮਰਦਾ ਰਹੇਗਾ। ਚਾੜਨ ਵਾਹੈ ਤਈ ਕੀਆ, ਆਉਂਦਾ ਤੇ ਜਾਂਦਾ ਰਹੇਗਾ ਇਸ ਸੰਸਾਰ ਦੇ ਵਿੱਚ। ਉਹ ਸਾਧਨ ਵੀ ਪ੍ਰਮਾਤਮਾ ਨੇ ਤਈ ਦਾ ਮਤਲਬ ਹੈ ਜੀ ਤਿਆਰ ਕਰਨਾ, ਤਿਆਰ ਕੀਤਾ ਹੋਇਆ ਹੈ, ਜਿਸ ਦੇ ਰਾਹੀਂ ਉਹ ਮਾਲਕ ਨਿਆਂ ਕਰਦਾ ਹੈ, ਉਹਦੀ ਯਾਦ ਵਿੱਚ ਜੁੜਨ ਵਾਲੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਤੇ ਜਿਹੜਾ ਹੰਕਾਰ ਦੇ ਵਿੱਚ ਆਣ ਕੇ ਹੰਕਾਰੀ ਗੱਲਾਂ ਕਰਦਾ ਹੈ, ਵਿਕਾਰਾਂ 'ਚ ਫਸਿਆ ਰਹਿ ਗਿਆ,
ਸਤਿਗੁਰੂ ਜੀ ਕਹਿੰਦੇ ਫਿਰ ਉਹਦਾ ਜੰਮਣਾ ਮਰਨਾ ਚੱਲਦਾ ਰਹਿੰਦਾ। ਰੀਇਨਕਾਰਨੇਸ਼ਨ ਦਾ ਸਰਕਲ ਉਹਦਾ ਕਦੇ ਖਤਮ ਹੀ ਨਹੀਂ ਜੇ ਹੁੰਦਾ। ਤੇ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਜੇ ਉਹਨੂੰ ਪਾਉਣਾ ਹੈ ਫਿਰ ਗੱਲਾਂ ਛੱਡ ਦੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਕਿਹਾ ਨਾ ਕਿ ਇੱਕ ਫਿਰੇ ਘਨੇਰੇ ਕਰੈਂ ਗੱਲਾਂ ਗੱਲੀ ਕਿਨੇ ਨਾ ਪਾਇਆ। ਬੜੇ ਨੇ ਜਿਹੜੇ ਗੱਲਾਂ ਕਰਨ ਵਾਲੇ ਨੇ, ਪਰ ਗੱਲਾਂ ਦੇ ਨਾਲ ਨਹੀਂ ਜੀ ਉਹ ਮਿਲਦਾ। ਜੇ ਉਹਨੂੰ ਪਾਉਣਾ ਹੈ ਤੇ ਫਿਰ ਮਾਲਕ ਦੀ ਯਾਦ ਵਿੱਚ ਜੁੜਨਾ ਪਏਗਾ। ਉਹਦੀਆਂ ਗੱਲਾਂ ਨਹੀਂ ਕਰਨੀਆਂ, ਉਹਦੇ ਨਾਲ ਗੱਲਾਂ ਕਰਨੀਆਂ ਨੇ। ਤੇ ਗੱਲਾਂ ਉਹੀ ਕਰੇਗਾ ਜਿਹੜਾ ਗੁਰੂ ਦੇ ਦਰ 'ਤੇ ਆਣ ਕੇ ਆਪਣੇ ਇਸ ਭਾਂਡੇ ਨੂੰ ਖਾਲੀ ਕਰਕੇ ਉਸ ਮਾਲਕ ਦੇ ਨਾਮ ਦੇ ਨਾਲ ਭਰੇਗਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਜਿਹੜਾ ਹੈ ਉਹ ਸਾਡੇ ਹਿਰਦੇ ਵਿੱਚ ਵਸ ਜਾਏ ਜੀ, ਸਮਝ ਦੇ ਵਿੱਚ ਆ ਜਾਏ, ਤਾਂ ਕਿ ਆਪਣੇ ਇਸ ਪੁੱਠੇ ਹੋਏ ਭਾਂਡੇ ਨੂੰ ਸਿੱਧਿਆਂ ਕਰਕੇ ਉਸ ਮਾਲਕ ਦੀ ਯਾਦ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।